व्यूअर्स वेलकम बैक टू प्रोग्राम। सो व्यूअर्स गलबात करन जा रहे हैं अखीरले सैगमेंट दे विच कि अजकल अकाली दल दे बागी ग्रुप श्रोमणी कमेटी ਅਤੇ अकाल तख्त ਦੇ ਜਥੇਦਾਰ ਦੀ ਕਾਰਗੁਜ਼ਾਰੀ ਨਾਲ ਸੰਬੰਧਿਤ ਜਿਹੜੀਆਂ ਖਬਰਾਂ ਨੇ ਉਹ ਗਰਦਸ਼ ਕਰ ਰਹੀਆਂ ਹਨ। ਪਹਿਲੇ ਨਜ਼ਰੀਏ ਜਾਂ ਕਹਿ ਲਓ ਅਕਾਲੀ ਧੜੇ ਬੇਈਮਾਨ ਨਜ਼ਰ ਆਉਂਦੇ ਹਨ। ਸ਼੍ਰੋਮਣੀ ਕਮੇਟੀ ਬਾਦਲਾਂ ਦਾ ਮਾਊਥਪੀਸ ਅਤੇ ਜਥੇਦਾਰ ਅਕਾਲ ਤਖਤ ਆਪਣੀ ਨੌਕਰੀ ਨਾਲ ਬੱਝਾ ਹੋਇਆ ਸਤਹੀਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਇੰਟਰਟੇਨ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਕਦੇ ਕਦੇ ਉਹ ਗਾਲਿਬ ਦੇ ਸ਼ੇਅਰ ਤੇ ਬੇਸਡ ਸਾਧੂ ਸਿੰਘ ਹਮਦਰਦ ਜਿਹੜੇ ਅਜੀਤ ਅਖਬਾਰ ਦੇ ਮਾਲਕ ਔਰ ਬਰਜਿੰਦਰ ਹਮਦਰਦ ਉਹਨਾਂ ਦਾ ਹੀ ਲੜਕਾ ਹੈ। ਉਹ ਇੱਕ ਆਰਟੀਕਲ ਐਡੀਟੋਰੀਅਲ ਰੂਪ 'ਚ ਉਹਦਾ ਟਾਈਟਲ ਉਹੀ ਹੁੰਦਾ ਸੀ, ਹੈ ਗਾਲਿਬ ਦੇ ਸ਼ੇਅਰ 'ਚੋਂ ਹੀ ਕੱਢੀ ਹੋਈ ਲਾਈਨ ਹੈ, ਹੁੰਦਾ ਏ ਦਿਨ ਰਾਤ ਤਮਾਸ਼ਾ ਮੇਰੇ ਅੱਗੇ। ਹੁਣ ਅੱਜ ਕੱਲ੍ਹ ਜੋ ਕੁਛ ਪੰਜਾਬ 'ਚ ਚੱਲ ਰਿਹਾ ਹੈ ਅਕਾਲੀਆਂ ਦੇ ਫੀਲਡ ਦੇ ਵਿੱਚ, ਉਹ ਇੱਕ ਤਮਾਸ਼ੇ ਵਾਂਗ ਹੈ। ਉਸ ਨੂੰ ਕੁਛ ਸਮਝਣ ਦੀ ਵੀ ਕੋਸ਼ਿਸ਼ ਕਰ ਰਹੇ ਨੇ ਵੀ ਇਹ ਚੱਲ ਕੀ ਰਿਹਾ। ਕੁਛ ਨੂੰ ਇਹ ਨਜ਼ਰ ਆ ਰਿਹਾ ਕਿ ਵੀ ਇਹ 0 ਜਮਾ 0 ਇਜ਼ ਇਕੁਅਲ ਟੂ 0, 0 ਮਾਈਨਸ 0 ਇਜ਼ ਇਕੁਅਲ ਟੂ 0 ਦੇ ਹਿਸਾਬ ਨਾਲ ਜਿਹੜੀਆਂ ਜ਼ੀਰੋਆਂ ਇਕੱਠੀਆਂ ਹੋਈਆਂ ਨੇ ਉਹ ਇੱਕ ਵੱਡੀ ਜ਼ੀਰੋ ਨੂੰ ਮਾਈਨਸ ਕਰਨਾ ਚਾਹੁੰਦੀਆਂ, ਜਿਹੜਾ ਸੁਖਬੀਰ ਬਾਦਲ ਹੈ ਜੀ। ਕੁਛ ਨੂੰ ਇਹ ਲੱਗ ਰਿਹਾ ਕਿ ਵੀ ਇਹ ਸਾਰੇ ਜਿਹੜੇ ਨੇ ਇਹ ਜਿਹੜੀ ਅਲਟੀਮੇਟ ਖੇਡ ਹੈ ਇੰਡੀਅਨ ਏਜੰਸੀਆਂ ਦੀ, RSS ਔਰ ਨਾਗਪੁਰ ਦੀ ਛਤਰ ਛਾਇਆ ਥੱਲੇ, ਜਿੱਥੇ ਉਹਨਾਂ ਨੇ ਖੇਤਰੀ ਪਾਰਟੀਆਂ ਦਾ ਭੋਗ ਪਾਇਆ ਥਾਂ ਥਾਈਂ, ਜੋ ਹਾਲ ਉਹਨਾਂ ਨੇ ਸ਼ਿਵ ਸੈਨਾ ਦਾ 2 ਟੁਕੜੇ ਮਹਾਰਾਸ਼ਟਰ 'ਚ ਕੀਤਾ, ਜੋ ਹੁਣ ਬੀਜੂ ਪਟਨਾਇਕ ਦੀ ਪਾਰਟੀ ਦਾ ਕਰ ਦਿੱਤਾ ਹੈ, ਜਾਂ ਮਾਇਆਵਤੀ ਬਿਲਕੁਲ 0 ਦੇ ਉੱਤੇ ਲੈ ਆਉਂਦੀ ਹੈ। ਔਰ ਦੂਸਰੇ ਕਿ ਇਹ ਜਿਹੜਾ ਆਪਰੇਸ਼ਨ ਇਹਨਾਂ ਨੇ ਘੁਸਪੈਠ ਆਪਰੇਸ਼ਨ 40 ਸਾਲ ਪਹਿਲਾਂ ਬਾਦਲਾਂ ਦੇ ਨਾਲ ਸਾਂਝ ਜਿਹੜੀ 1996-97 ਤੋਂ ਹੋਰ ਪੀढ़ी ਹੋਈ, ਪਹਿਲਾਂ ਤਾਂ ਭਾਰਤੀ ਜਨਸੰਘ ਦੇ ਥੱਲੇ ਸੀ ਪਰ ਪਤੀ ਪਤਨੀ ਦਾ ਰਿਸ਼ਤਾ ਤਾਂ 1996-97 'ਚ ਬਣਿਆ, ਕਿ ਵੀ ਇਹ ਅਕਾਲੀ ਦਲ ਦਾ ਮੁਕੰਮਲ ਭੋਗ ਪਾ ਕੇ ਸਿੱਖਾਂ ਨੂੰ ਬਿਲਕੁਲ ਸਤਹੀਨ ਕਰਕੇ, ਲੀਡਰਲੈਸ ਕਰਕੇ, ਜਾਂ ਸ਼੍ਰੋਮਣੀ ਕਮੇਟੀ ਦੇ ਉੱਤੇ ਵੀ ਜਿਹੜਾ ਆਪਣਾ ਕਬਜ਼ਾ ਜਮਾਉਣ ਦੀ ਲਾਈਨ ਹੈ, ਕਿਉਂਕਿ 4 ਵੱਡੇ ਜਿਹੜੇ ਗੁਰਦੁਆਰਾ ਪ੍ਰਬੰਧ ਨੇ ਉਹ ਆਲਰੇਡੀ RSS ਦੇ ਸਿੱਧੇ ਕਬਜ਼ੇ ਥੱਲੇ ਨੇ। ਤਖਤ ਹਜ਼ੂਰ ਸਾਹਿਬ ਮੈਨੇਜਮੈਂਟ, ਪਟਨਾ ਸਾਹਿਬ ਮੈਨੇਜਮੈਂਟ ਔਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ। ਤੇ ਕੁਛ ਜਿਹੜੇ ਨੇ ਉਹ ਇਹ ਸਮਝਦੇ ਨੇ ਕਿ ਵੀ ਜੀ ਚਲੋ ਭਾਵੇਂ ਇਹਨਾਂ ਨੇ ਜਿਹੜੇ ਹੁਣ ਬਾਗੀ ਗਰੁੱਪ ਦੇ ਵਿੱਚ ਆਏ, ਜਲੰਧਰ 'ਚ ਉਹਨਾਂ ਨੇ ਕਨਵੈਨਸ਼ਨ ਕੀਤੀ, ਫਿਰ ਡਰਾਮਾ ਜਿਹਾ ਕੀਤਾ, ਸਾਰੇ 5-7 ਲੀਡਰ ਇਕੱਠੇ ਹੋ ਕੇ ਜੀ ਅਸੀਂ ਅਕਾਲ ਤਖਤ 'ਤੇ ਜਾ ਕੇ ਸਜ਼ਾ ਲਵਾਵਾਂਗੇ, ਅਸੀਂ ਬਹੁਤ 2007 ਤੋਂ ਇਹ ਗਲਤੀਆਂ ਕੀਤੀਆਂ, ਅਸੀਂ ਸੌਦਾ ਸਾਧ ਦੀ ਮਾਫੀ ਦਾ ਹਿੱਸਾ ਬਣੇ ਰਹੇ, ਅਸੀਂ ਜਦੋਂ ਉਹਨੇ 10ਵੇਂ ਪਾਤਸ਼ਾਹ ਦੀ ਪੋਸ਼ਾਕ ਪਹਿਨ ਕੇ ਕੀਤਾ ਉਹਨੂੰ ਸਜ਼ਾ ਨਹੀਂ ਦਿੱਤੀ। ਸੁਖਬੀਰ ਬਾਦਲ ਦੇ ਥੱਲੇ ਜਦੋਂ ਬੁਰਜ ਜਵਾਹਰ ਸਿੰਘ ਵਾੜਾ 'ਚੋਂ ਮਹਾਰਾਜ ਦੇ ਸਰੂਪ ਗਾਇਬ ਕੀਤੇ ਗਏ ਔਰ ਬਾਅਦ ਦੇ ਵਿੱਚ ਬਰਗਾੜੀ ਦੀ ਗਲੀਆਂ 'ਚ ਉਦੋਂ ਕੋਈ ਪੈਰਵਾਈ ਨਹੀਂ ਹੋਈ, ਔਰ ਕੋਟ ਕਪੂਰਾ ਔਰ ਬਹਿਬਲ ਕਲਾਂ ਗੋਲੀ ਚੱਲੀ, ਮਾਫੀ ਹੈ ਸਾਨੂੰ, ਅਸੀਂ ਅਕਾਲ ਤਖਤ ਨੂੰ ਜਾ ਕੇ ਮਿਲੇ, ਜਾ ਕੇ ਸੈਕਟਰੀਏਟ ਦੇ ਵਿੱਚ ਕਿ ਜੀ ਅਸੀਂ ਜਿਹੜਾ ਇਸ ਸਾਰੇ ਨੂੰ ਸਜ਼ਾ ਭੋਗਣ ਲਈ ਤਿਆਰ ਹੈ। ਉਹ ਜਿਵੇਂ ਕਿ ਜੀ ਤੁਸੀਂ ਹੁਣ ਇਹ ਸਾਡੇ ਹਵਾਲੇ ਕਰ ਦਿਓ ਜੀ। ਔਰ ਇਸ ਸਾਰੇ ਦੇ ਚੱਲਦੇ ਆ ਫਿਰ ਮੀਡੀਆ 'ਚ ਇਹ ਵੀ ਚੱਲ ਰਿਹਾ ਸੀ ਕਿ ਜੀ ਉਹ ਜਿਹੜਾ ਨਵਾਂ ਅਕਾਲੀ ਦਲ ਬਣਾਉਣ ਜਾ ਰਹੇ ਨੇ ਉਸ ਦੀ ਲੀਡਰਸ਼ਿਪ ਜਿਹੜੀ ਹੈ ਉਹ ਗਿਆਨੀ ਹਰਪ੍ਰੀਤ ਸਿੰਘ, ਜਿਹੜੇ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਨੇ, ਕੁਛ ਦੇਰ ਲਈ ਅਕਾਲ ਤਖਤ ਦੇ ਐਕਟਿੰਗ ਜਥੇਦਾਰ ਵੀ ਰਹੇ ਸੀ, ਬੜੀ ਖੂਬਸੂਰਤ ਐਕਟਿੰਗ ਕੀਤੀ ਉਹਨਾਂ ਨੇ। ਇੱਥੇ ਵੀ ਅਮਰੀਕਾ 'ਚ ਇਸ ਕਿਸਮ ਦੇ ਐਕਟਰ ਹੈਗੇ ਨੇ ਜਿਨ੍ਹਾਂ ਕੋਲੋਂ ਆ ਕੇ ਜਾਂਦੇ ਨੇ ਔਰ ਆਪਣਾ ਜੋ ਹੈ ਉਹਨਾਂ ਦਾ ਉਹ ਹੈ ਹੀ ਹੈ। ਮੈਂ ਤੇ ਹੁਣ ਬਹੁਤਾ ਕੁਛ ਨਹੀਂ ਕਹਿਣਾ ਹੈ। ਔਰ ਇਹ ਸੀ ਕਿ ਜੀ ਉਹ ਜਥੇਦਾਰ ਉਹਨਾਂ ਨੂੰ ਜਿਹੜਾ ਉਹ ਬਣਾਇਆ ਜਾਏਗਾ ਪ੍ਰਧਾਨ। ਔਰ ਇਸ ਸਾਰੇ ਦੇ ਚੱਲਦਿਆਂ ਉਹਨਾਂ ਨੇ ਕਿਹਾ ਕਿ ਵੀ ਹੁਣ ਜਾਂਦੇ ਜਾਂਦੇ ਅੱਜ ਕੱਲ੍ਹ ਸ਼ਾਇਦ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਗੁੱਡੀ ਚੜ੍ਹੀ ਹੋਈ ਹੈ ਜਾਂ ਅੱਗੋਂ ਚੜ੍ਹਨੀ ਹੈ। ਸੋ ਅਕਾਲ ਤਖਤ ਜਾਣ ਤੋਂ ਪਹਿਲਾਂ ਜਿਹੜੇ ਬਾਗੀ ਧੜੇ ਵਾਲੇ ਨੇ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਮਾਤਾ ਪਿਤਾ ਨੂੰ ਵੀ ਮਿਲਣ ਚਲੇ ਗਏ। ਉਹਦੇ ਤੇ ਉਹ ਦਲਜੀਤ ਸਿੰਘ ਚੀਮਾ ਜਿਹੜਾ ਕਿ ਉਹ ਜਦੋਂ ਗੱਲ ਕਰਦਾ ਤਾਂ ਐਂ ਲੱਗਦਾ ਵੀ ਅਸਥਮੇ ਦਾ ਮਰੀਜ਼ ਹੈ, ਪੱਕਾ ਬਾਦਲਾਂ ਦਾ ਜਿਹੜਾ ਇਨਵੈਸਟਰ, ਜਿਵੇਂ ਇੱਥੇ ਬਾਹਰ ਰੱਖੇ ਹੋਏ ਨੇ ਉਹਨਾਂ ਨੇ ਕਿ ਵੀ ਜਿਹੜਾ ਪੈਸਾ ਉੱਥੋਂ ਕੱਢਿਆ, ਜਿਹੜੇ ਵੀ ਉੱਥੇ ਪੁਲਸੀਏ ਜਾਂ ਦੂਜੇ ਨੇ, ਕੌਣ ਕਿੱਥੇ
ਕਿੰਨਾ ਇਨਵੈਸਟ ਕਰਦਾ। ਸੋ ਦਲਜੀਤ ਸਿੰਘ ਚੀਮੇ ਦਾ ਆਪਣੀ ਜ਼ਮਾਨਤ ਜ਼ਬਤ ਕਰਾ ਕੇ ਆਇਆ ਗੁਰਦਾਸਪੁਰ ਤੋਂ। ਸੋ ਉਹਨਾਂ ਦਾ ਹੁਣ ਆਹ 5 ਖਬਰਾਂ ਮੇਰੇ ਸਾਹਮਣੇ ਨੇ। ਪਹਿਲਾਂ ਮੈਂ ਸਿਰਫ ਇਹਨਾਂ ਦੇ ਟਾਈਟਲ ਹੀ ਪੜ੍ਹਨਾ ਚਾਹੁੰਦਾ, ਉਸ ਤੋਂ ਫਿਰ ਅਸੀਂ ਗੱਲ ਕਰਾਂਗੇ ਕਿ ਭਾਈ ਇਹ ਕੌਣ ਕਿੱਥੇ ਕੀ ਖੜਾ ਹੈ। ਅਕਾਲੀ ਦਲ ਸਲੈਮਸ ਰਿਬੈਲਸ ਫॉर ਵਿਜ਼ਿਟਿੰਗ ਸੈਪਰੇਟਿਸਟ ਅਮਰਪਾਲ ਸਿੰਘ ਹਾਊਸ। ਬਹੁਤ ਤਕਲੀਫ ਹੋਈ ਦਲਜੀਤ ਸਿੰਘ ਚੀਮੇ ਨੂੰ ਕਿ ਦੇਖੋ ਇਹ ਅਕਾਲ ਤਖਤ ਆਉਣ ਤੋਂ ਪਹਿਲਾਂ ਉਹਦੇ ਘਰ ਚਲੇ ਗਏ, ਉਹ ਅਕਾਲ ਤਖਤ ਤੋਂ ਵੀ ਵੱਡਾ ਹੋ ਗਿਆ। ਕ੍ਰਾਈਸਿਸ ਇਨ ਸ਼੍ਰੋਮਣੀ ਅਕਾਲੀ ਦਲ ਡੀਪਨਸ, ਡਿਸੀਡੈਂਟ ਸਬਮਿਟ ਅਪੋਲੋਜੀ ਲੈਟਰ ਟੂ ਅਕਾਲ ਤਖਤ ਕਿ ਜੀ ਜਿਹੜੇ ਵਿਰੋਧੀ ਨੇ ਉਹਨਾਂ ਨੇ ਅਕਾਲ ਤਖਤ ਨੂੰ ਮਾਫੀਨਾਮਾ ਆਪਣਾ ਦਿੱਤਾ ਹੈ। ਫਿਰ ਗਿਆਨੀ ਹਰਪ੍ਰੀਤ ਸਿੰਘ ਜਿਨ੍ਹਾਂ ਨੂੰ ਹੁਣ ਸ਼ਿੰਗਾਰ ਸ਼ੰਗੂਰ ਕੇ ਪ੍ਰਧਾਨ ਬਣਾਉਣ ਦੀ ਲਾਈਨ ਚੱਲ ਰਹੀ ਹੈ। ਕੈਨ ਲੀਡ ਅਕਾਲੀ ਦਲ ਇਫ ਲੀਡਰਸ ਪੁੱਟ ਅਪ ਯੂਨਾਈਟਿਡ ਫੇਸ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਹਾਂਜੀ ਮੈਂ ਲੀਡ ਕਰਾਂ ਯੂਨਾਈਟਿਡ ਫੇਸ। ਮੈਂ ਇਹ ਕਹਿੰਦਾ ਇੱਕ ਧੜੇ ਦਾ ਥੋੜ੍ਹੀ ਬਣਨਾ। ਮਤਲਬ ਇਹ ਹੈ ਕਿ ਵੀ ਬਾਦਲ ਵੀ ਸਟੈਪ ਡਾਊਨ ਕਰੇ, ਬਾਕੀ ਵੀ ਕਰਨ ਦੇ ਮੇਰੇ ਹਵਾਲੇ ਕਰ ਦੇਣ, ਫਿਰ ਮੈਂ ਪੰਥ ਦੀ ਬੇੜੀ ਜਿਹੜੀ ਆ ਉਹ ਪਾਰ ਲਾਵਾਂਗਾ। ਰਿਬੈਲ ਅਕਾਲੀ ਦਲ ਲੀਡਰਸ ਅਪੀਅਰ ਬਿਫੋਰ ਅਕਾਲ ਤਖਤ ਜਥੇਦਾਰ apologize for mistakes during ਸ਼੍ਰੋਮਣੀ ਅਕਾਲੀ ਦਲ ਰਜੀਮ, ਵੀ ਪੇਸ਼ ਹੋਏ, ਮਾਫੀ ਮੰਗੀ। SGPC ask ਅਕਾਲ ਤਖਤ to convene meeting over incidents of discrimination against Sikhs। ਹੁਣ SGPC ਨੂੰ ਵੀ ਅਕਾਲ ਤਖਤ ਦੀ ਯਾਦ ਆਇਆ ਕਿ ਜੀ ਜੋ ਸਿੱਖਾਂ ਦੇ ਨਾਲ ਵਿਤਕਰਾ ਹੋ ਰਿਹਾ ਹੈ ਉਹਦੀ ਮੀਟਿੰਗ ਸੱਦੋ। ਹੁਣ ਇਹ ਬਾਕੀਆਂ ਦੇ ਲਈ ਤਾਂ ਆਫ ਇੰਟਰਸਟ ਹੋਏਗਾ, ਕੱਲੀ ਕੱਲੀ ਖਬਰ ਦੇ ਉੱਤੇ ਗੱਲ ਕੀਤੀ ਜਾ ਸਕਦੀ ਹੈ। ਪਰ ਮੈਂ ਉਹ ਸਾਧੂ ਸਿੰਘ ਹਮਦਰਦ ਦੀ ਲਾਈਨ ਇਸੇ ਲਈ ਯਾਦ ਆਈ ਕਿ ਹੁੰਦਾ ਏ ਦਿਨ ਰਾਤ ਤਮਾਸ਼ਾ ਮੇਰੇ ਅੱਗੇ। ਇਹ ਸਾਰੇ ਤਮਾਸ਼ੇ ਤੋਂ ਬਿਨਾਂ ਕੋਈ ਹੋਂਦ ਨਹੀਂ ਹੈ। ਅੱਜ ਜਿਵੇਂ ਈਵਨ ਨਵਕਿਰਨ ਸਿੰਘ ਹੋਰਾਂ ਨੇ ਜਿਹੜੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਪ੍ਰੋਮੀਨੈਂਟ ਵਕੀਲ, ਹਿਊਮਨ ਰਾਈਟਸ ਐਕਟਿਵਿਸਟ ਵੀ, ਲਾਇਰਸ ਇੰਟਰਨੈਸ਼ਨਲ ਵੀ ਹੈਡ ਕਰਦੇ ਨੇ, ਉਹਨਾਂ ਦਾ ਇੱਕ ਟਵੀਟ ਸੀ ਕਿ ਜੀ ਜਿਹੜਾ ਓਰੀਜਨਲ ਗੁਰਦੁਆਰਾ ਐਕਟ ਹੈ ਉਹਦੇ 'ਚ ਕੋਈ ਜਥੇਦਾਰ ਅਕਾਲ ਤਖਤ ਦਾ ਕੋਈ ਪ੍ਰੋਵੀਜ਼ਨ ਹੀ ਨਹੀਂ ਹੈ, ਕੋਈ ਇਸ ਦਾ ਨਾਂ ਦਾ ਨਾ ਅਹੁਦਾ ਹੈ ਨਾ ਉਸ ਦਾ। ਇਹ ਬਿਲਕੁਲ ਠੀਕ ਹੈ ਕਿ ਬਾਅਦ 'ਚ ਇਹਨਾਂ ਨੇ ਆਪਣੀ ਕਨਵੀਨੀਅੰਸ ਦੇ ਲਈ, ਔਰ ਅਸੀਂ ਕਿਸੇ ਵੇਲੇ ਫਿਰ ਗੱਲ ਕਰਾਂਗੇ ਕਿ ਕਿਵੇਂ ਇਹ ਬਿਲਿਟਲ ਕੀਤਾ ਗਿਆ, ਜਿਹੜਾ ਸਰਬੱਤ ਖਾਲਸੇ ਦੇ ਥੱਲੇ ਅਥਾਰਟੀ ਸੀ ਜਿਹੜੀ ਕਿ ਸਟੈਂਪ ਅਕਾਲ ਤਖਤ ਦੀ ਦੇ ਥੱਲੇ ਜਾਰੀ ਹੁੰਦਾ ਸੀ। ਕੋਈ ਸ਼ੰਕਰਾਚਾਰੀਆ ਨਹੀਂ ਹੈ ਕਿ ਜਿਹੜਾ ਮਰਜ਼ੀ ਬੈਠ ਕੇ ਹੁਕਮਨਾਮਾ ਦੇ ਜਿਹਨੇ ਕੋਈ ਲਿਫਾਫਾ ਫੜਾ ਦਿੱਤਾ। ਇੱਥੇ ਆ ਕੇ ਘਰਾਂ 'ਚੋਂ ਲਿਫਾਫੇ ਫੜਦੇ ਨੇ, ਹੁਣ ਵੀ ਫੜਦੇ ਨੇ। ਇਸ ਕਿਸਮ ਦਾ ਇਹਨਾਂ ਦਾ ਹਾਲ ਹੈ। ਪਰ ਇਸ ਸਾਰੇ 'ਚੋਂ ਤੁਸੀਂ ਇਸ ਵੇਲੇ ਇਹ ਦੇਖ ਸਕਦੇ ਹੋ ਕਿ ਜੇ ਇੱਕ ਸ਼ਰਧਾਲੂ ਸਿੱਖ ਉਦਾਸ ਹੁੰਦਾ ਹੈ ਜਾਂ ਕਿਤੇ ਬੇਬਸ ਮਹਿਸੂਸ ਕਰਦਾ ਹੈ ਜਾਂ ਆਪਣੇ ਆਪ ਨੂੰ ਉਦਾਸੀ 'ਚ ਲਿਜਾਂਦਾ ਹੈ ਤਾਂ ਉਹਦਾ ਰੀਜ਼ਨ ਅਸੀਂ ਜ਼ਿਕਰ ਕੀਤਾ ਕਿ 104 ਸਾਲ ਪੁਰਾਣੀ ਪਾਰਟੀ ਅਕਾਲੀ ਦਲ, ਜਿਸ ਅਕਾਲੀ ਦਾ ਮਤਲਬ ਇਮਾਨਦਾਰ ਸੀ, ਮੋਢੇ ਤੇ ਕਸ਼ਹਿਰਾ ਤੇ ਪਰਨਾ, ਜੇਲੀ ਜਾਣ ਨੂੰ ਤਿਆਰ, ਬਾਣੀ ਪੜ੍ਹਨ ਵਾਲਾ, ਇਖਲਾਕ ਦਾ ਉੱਚਾ, ਨਾ ਝੁਕਣ ਵਾਲਾ ਨਾ ਵਿਕਣ ਵਾਲਾ। ਤੇ ਅੱਜ ਇਹ ਸਾਰਿਆਂ ਦੀ ਤੁਸੀਂ ਸ਼ਕਲਾਂ ਹੀ ਦੇਖੋ, ਤੁਹਾਨੂੰ ਇਹਨਾਂ ਦੀ ਕਰਤੂਤ ਤਾਂ ਦੇਖਣ ਦੀ ਲੋੜ, ਇਹਨਾਂ ਦੀਆਂ ਸ਼ਕਲਾਂ ਦੇਖੋ ਤੇ ਤੁਹਾਨੂੰ ਇਹ ਚੋਰ ਨਜ਼ਰ ਆਉਂਦੇ ਨੇ। ਸਾਰੇ ਹੀ ਜਿਹੜੇ ਨੇ ਉਹ ਹਿੱਸਾ ਨੇ ਪਿਛਲੇ ਸਾਰੇ ਟੌੜਾ ਬਾਦਲ ਤਲਵੰਡੀ ਦੌਰ ਤੋਂ ਲੈ ਕੇ ਜੋ ਅੱਜ ਹਾਲ ਪੰਥ ਦਾ ਹੈ ਜਾਂ ਅਕਾਲੀ ਸਿਆਸਤ ਦਾ ਹੈ ਜਾਂ ਅਕਾਲੀਆਂ ਦਾ। ਸ਼੍ਰੋਮਣੀ ਕਮੇਟੀ ਹੁਣ ਹਰਜਿੰਦਰ ਸਿੰਘ ਧਾਮੀ ਜਿਹੜੇ ਪ੍ਰਧਾਨ ਨੇ, ਤੁਸੀਂ ਉਹਨਾਂ ਦੀ ਬੋਲਬਾਣੀ ਜਦੋਂ ਠੀਕ ਹੈ ਕਿਸੇ ਵੇਲੇ ਸਾਨੂੰ ਲੱਗਦਾ ਸੀ ਵੀ ਇੱਕ ਇਮਾਨਦਾਰ ਵਕੀਲ ਦੇ ਤੌਰ ਤੇ ਜੁਝਾਰੂ ਜਿਹੜੇ ਕੇਸਿਸ ਸੀ ਉਹਨਾਂ ਨੂੰ ਵੀ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਇਹਨਾਂ ਦਾ ਸੰਬੰਧ ਹੈ, ਧਾਮੀਆਂ ਦੇ ਉਸ ਪਰਿਵਾਰ 'ਚੋਂ ਕੀ ਕਰਦੇ ਨੇ। ਲੇਕਿਨ ਜਿਵੇਂ ਬਿਲਕੁਲ ਉਹ ਰਬੜ ਸਟੈਂਪ ਸੁਖਬੀਰ ਬਾਦਲ ਦੀ, ਔਰ ਮੈਂ ਪਿਛਲੇ ਇੱਕ ਪ੍ਰੋਗਰਾਮ 'ਚ ਕਿਹਾ ਸੀ ਕਿ ਜਦੋਂ ਤੱਕ ਸ਼੍ਰੋਮਣੀ ਕਮੇਟੀ ਸੁਖਬੀਰ ਬਾਦਲ ਦੇ ਕੋਲ ਹੈ ਉਹਦੀ ਜੋ ਵੀ ਝੂਠੀ ਸੱਚੀ ਲੀਡਰਸ਼ਿਪ ਹੈ ਉਹ ਕਾਇਮ ਹੈ, ਕੋਈ ਫਰਕ ਨਹੀਂ ਪੈਣਾ। ਪਰ ਸ਼੍ਰੋਮਣੀ ਕਮੇਟੀ ਕਿਵੇਂ ਉਹੀ ਸੈਕੰਡ ਫਿਡਲ ਜਿਹੜੇ ਦਾ ਰੋਲ ਅਦਾ ਕਰ ਰਹੀ ਹੈ। ਤੇ ਅਕਾਲ ਤਖਤ ਦੇ ਜਥੇਦਾਰ ਉਹ ਵਿਚਾਰੇ ਲਿਖਿਆ ਲਿਖਾਇਆ ਪੜ੍ਹ ਦਿੰਦੇ ਨੇ। ਸ਼੍ਰੋਮਣੀ ਕਮੇਟੀ ਜਥੇਦਾਰ ਨੂੰ ਕਹਿ ਦਿੰਦੀ ਹੈ ਜੀ, ਜਿਵੇਂ ਕਿਹਾ ਜੀ ਤੁਸੀਂ ਮੀਟਿੰਗ ਸੱਦੋ, ਦੂਜਾ ਉਹ ਸ਼੍ਰੋਮਣੀ ਕਮੇਟੀ ਨੂੰ ਕਹਿ ਦਿੰਦੇ ਨੇ। ਉਹ ਸ਼੍ਰੋਮਣੀ ਕਮੇਟੀ ਕਹਿੰਦੇ ਦੇਖੋ ਜੀ ਸਾਡੇ ਤੇ ਤਾਂ ਅਕਾਲ ਤਖਤ ਦਾ ਹੁਕਮ ਲਾਜ਼ਮ ਹੈ, ਅਸੀਂ ਤਾਂ ਹੁਣ ਇਹ ਲਾਗੂ ਕਰਨਾ ਹੈ। ਪਰ ਤੁਸੀਂ ਪਿਛਲੇ ਸਾਰੇ ਪੀਰੀਅਡਸ ਜਿਹੜੀਆਂ ਕਮੇਟੀਆਂ ਕੋ ਅਕਾਲ ਤਖਤ ਦੇ ਕਹਿਣ ਤੇ ਸ਼੍ਰੋਮਣੀ ਕਮੇਟੀ ਨੇ ਬਣਾਈਆਂ ਹੋਣ, ਉਹਨਾਂ ਦੀ ਕਦੇ ਰਿਪੋਰਟ, ਕਦੇ ਕਿਸੇ ਦੇ ਉੱਤੇ ਪਿਨ ਪੁਆਇੰਟ ਕੀਤਾ ਗਿਆ ਹੋਏ ਕਿ ਕੌਣ ਦੋਸ਼ੀ ਹੈ। ਵਕਤੀ ਤੌਰ ਦੇ ਉੱਤੇ ਕੁਛ ਨਾ ਕੁਛ ਇਸ ਕਿਸਮ ਦੀ ਹਲਚਲ, ਤੇ ਉਹ ਹੁਣ ਬਿਠਾਇਆ ਹੋਇਆ ਉਹ ਗੁਰਚਰਨ ਸਿੰਘ ਕਿ ਕੀ ਹੈ ਗਰੇਵਾਲ, ਉਹ ਆਪਣੇ ਕਰ ਰਿਹਾ ਹੁੰਦਾ। ਨਾ ਉਹਨਾਂ ਨੂੰ ਪਤਾ ਹੈ ਕਿ ਵੀ ਮੀਡੀਆ ਬਰੀਫਿੰਗ ਕੀ ਹੁੰਦੀ ਹੈ, ਨਾ ਦੂਜਾ ਉਹ ਅਰਚਨਾ ਮਕਵਾਨਾ ਦੇ ਨਾਂ ਦੇ ਥੱਲੇ ਉਹਨੂੰ ਇੰਨੀ ਪ੍ਰੋਮੀਨੈਂਸ, ਸ਼ੋਹਰਤ,
ਘਟੀਆ ਜੇ ਢੰਗ ਦੇ ਨਾਲ ਇਹਨਾਂ ਦੀ ਸਾਰੀ ਡੀਲਿੰਗ, ਔਰ ਬਿਨਾਂ ਇਹ ਦੱਸੇ ਕਿ ਵੀ ਇਹ ਅਲਟੀਮੇਟਲੀ ਕੌਣ ਕਿੱਥੇ ਕਿਹਦੇ ਹੁਕਮਾਂ ਦੇ ਥੱਲੇ ਜਿਹੜਾ ਇਹ ਇੰਪਲੀਮੈਂਟ ਹੁੰਦੇ ਨੇ ਫੈਸਲੇ, ਕੌਣ ਹੁਕਮ ਕਰਦਾ ਹੈ, ਪਾਵਰ ਸੈਂਟਰ ਕਿੱਥੇ ਹੈ। ਸੋ ਇਹ ਸਾਰੇ ਹੀ ਜਿਹੜੇ ਨੇ, ਇਹ ਤਾਂ ਅਕਾਲ ਤਖਤ ਦਾ ਜਥੇਦਾਰ ਤਾਂ ਵਿਚਾਰਾ ਉਹੀ ਗ੍ਰੰਥੀ ਚੋਂ ਚੁੱਕ ਕੇ ਹੈਡ ਗ੍ਰੰਥੀ ਬਣਾ ਦਿੰਦੇ ਨੇ, ਹੈਡ ਗ੍ਰੰਥੀ ਨੂੰ ਚੁੱਕ ਕੇ ਉੱਪਰ ਬਣਾ ਦਿੰਦੇ ਨੇ। ਉਹਨਾਂ ਦਾ ਉਨਾ ਕੁ ਉਹਨਾਂ ਨੇ ਕਥਾ ਜਾਂ ਸ਼ੁੱਧ ਸੰਥਿਆ ਲਈ ਹੁੰਦੀ ਹੈ ਪੋਲੀਟੀਕਲੀ ਜਾਂ ਦੂਜਾ। ਤਾਂ ਕਿੱਥੇ ਅਕਾਲ ਤਖਤ ਦੇ ਜਦੋਂ ਅਸੀਂ ਇਸ ਸਾਰੇ ਦੀ ਗੱਲ ਕਰਦੇ ਹਾਂ ਫੈਸਲਾ ਲੈਣ ਦੀ, ਉਹ ਤਾਂ ਮੈਟਰ ਹੀ ਹੋਰ ਹੁੰਦਾ ਹੈ, ਜਾਂ ਉਹ ਜਿਹਨੂੰ ਤੁਸੀਂ ਕਹੋ ਕਿ ਉਹ ਮਟੀਰੀਅਲ ਹੀ ਹੋਰ ਹੁੰਦਾ ਹੈ, ਜਿਹੜਾ ਕਿ ਆਜ਼ਾਦਾਨਾ ਤੌਰ ਦੇ ਉੱਤੇ ਉਹ ਭਾਵੇਂ ਮੌਜੂਦਾ ਦੌਰ ਦੇ ਵਿੱਚ ਵੀ ਅਸੀਂ ਕਹਿਣਾ ਹੋਏ ਜਥੇਦਾਰ ਗੁਰਦਿਆਲ ਸਿੰਘ ਅਜਨੋਹਾ ਵਰਗਾ ਜਿਨ੍ਹਾਂ ਨੇ ਲੀਡ ਕੀਤਾ, ਜਾਂ ਹਿਸਟੋਰੀਕਲੀ ਅਸੀਂ ਅਕਾਲੀ ਫੂਲਾ ਸਿੰਘ ਉਹਨਾਂ ਨੂੰ ਐਜ਼ ਏ ਰੋਲ ਮਾਡਲ ਦੇਖਦੇ। ਪਰ ਇਹ ਸਾਰਾ ਹੀ ਹੁਣ ਇਹ ਕਿੱਧਰ ਨੂੰ ਜਾਏਗਾ, ਕੀ ਹੈ, ਮੇਰਾ ਇਹ ਮੰਨਣਾ ਵੀ ਇਹਨਾਂ 'ਚੋਂ ਕੁਛ ਵੀ ਕੱਢਣ ਪਾਉਣ ਨੂੰ ਨਹੀਂ ਹੈ। ਸ਼੍ਰੋਮਣੀ ਕਮੇਟੀ ਸੈਂਟਰ ਦੇ ਕੰਟਰੋਲ 'ਚ ਹੈ, ਕਦੋਂ ਚੋਣਾਂ ਕਰਵਾਉਣੀਆਂ ਨੇ, ਵੋਟਾਂ ਕਿਹਦੀਆਂ ਬਣਾਉਣੀਆਂ, ਕਿਹਨੂੰ ਜਿਤਾਉਣਾ ਹੈ, ਏਜੰਸੀਆਂ ਡਿਸਾਈਡ ਕਰਦੀਆਂ ਨੇ। ਸੋ ਇਹਨਾਂ ਹਾਲਾਤਾਂ ਦੇ ਵਿੱਚ ਕੁਛ ਵੀ ਕੱਢਣ ਪਾਉਣ ਨੂੰ ਨਹੀਂ ਹੈ। ਔਰ ਇਹ ਜਦੋਂ ਤੱਕ ਇਹ ਗੁਲਾਮੀ ਹੈ, ਬਿਲਕੁਲ, ਇਸ ਲਈ ਜਦੋਂ ਅਲਟੀਮੇਟਲੀ ਤੁਸੀਂ ਕਿਸੇ ਪਾਸਿਓਂ ਘੁੰਮ ਘੁਮਾ ਕੇ ਆ ਜਾਓ, ਗੱਲ ਉੱਥੇ ਹੀ ਜਾਂਦੀ ਹੈ ਕਿ ਬਿਨਾਂ ਖਾਲਿਸਤਾਨ ਦੇ ਉੱਤੇ ਫੋਕਸ ਕੀਤੇ ਕੁਛ ਨਹੀਂ ਨਿਕਲਣਾ। ਪਾਰਲੀਮੈਂਟਰੀ ਸਿਸਟਮ, ਬਹੁਤਿਆਂ ਨੂੰ ਹੋਪ, ਹੁਣ ਇਹ ਜੇ ਉਹਨਾਂ ਦੇ ਘਰ ਗਏ ਅੰਮ੍ਰਿਤਪਾਲ ਸਿੰਘ ਦੇ, ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਜੇ ਅੰਮ੍ਰਿਤਪਾਲ ਸਿੰਘ ਦਾ ਸੌਦਾ ਵਿਕਦਾ ਹੈ ਤੇ ਅਸੀਂ ਉਸ ਦਾ ਹਿੱਸਾ ਬਣ ਜਾਈਏ। ਹੁਣ ਉਹੀ ਜਿਹੜੇ ਨੇ, ਜੇ ਜਾ ਕੇ ਗਿਆਨੀ ਹਰਪ੍ਰੀਤ ਸਿੰਘ ਕਹਿ ਰਿਹਾ ਸਾਰੇ ਆ ਜਾਣ ਮੇਰੇ ਕੋਲ, ਉਹ ਹੋ ਸਕਦਾ ਸੁਖਬੀਰ ਬਾਦਲ ਜਾਂ ਦੂਜੇ ਨੂੰ ਵੀ ਲੱਗਣ ਲੱਗ ਜਾਏ ਵੀ ਇਹ ਵੀ ਆਪਣਾ ਹੀ ਰਿਹਾ, ਕੋਈ ਗੱਲ ਨਹੀਂ ਹੈ, ਐਟਲੀਸਟ ਇਹਨੂੰ ਅੱਗੇ ਤੋਰ ਰਹੇ। ਸੋ ਇਹ ਸਾਰੀ ਖੇਡ ਹੀ ਏਜੰਸੀਆਂ ਦੀ ਹੈ। ਪਰ ਇਸ ਚੋਂ ਸਵਾਏ ਜਿਸ ਨੂੰ ਨਮੋਸ਼ੀ ਦੇ ਜਾਂ ਇੱਕ ਦੁੱਖ ਦੇ ਕਿ ਵੀ ਕਿਸ ਲੈਵਲ ਤੱਕ ਡੀਜਨਰੇਸ਼ਨ ਹੈ, ਹੋਰ ਤੁਸੀਂ ਕੁਝ ਵੀ ਮਹਿਸੂਸ ਨਹੀਂ। ਇਹਨਾਂ 'ਚੋਂ ਕੋਈ ਸੋਲਿਊਸ਼ਨ, ਕੋਈ ਹੱਲ ਜਾਂ ਇਸ ਦੀ ਕੋਈ ਵੀ ਜਿਹੜੀ ਹੈ ਉਹ ਨਵੇਂ ਸਿਰਿਓਂ ਕੋਈ ਵੀ ਬਣਤਰ ਨਾਲ ਕੁਝ ਵੀ ਨਿਕਲਣ ਵਾਲਾ ਨਹੀਂ ਹੈ। ਜੀ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਰਿਵਿਊ ਮੈਸੇਜ ਨੇ ਉਹ ਲਾਉਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਰਵਿੰਦਰਜੀਤ ਸਿੰਘ ਸੰਧੂ ਜੀ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜ਼ਿੰਦਾਬਾਦ। ਸੋਹਨ ਮਾਇਲ ਜੀ ਵੀ ਨੇ ਔਰ ਉਹ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਹਰਮਨ ਪੰਨੂ ਜੀ, ਫਿਰ ਇਸੇ ਤਰ੍ਹਾਂ ਸਿੰਘ ਗਰਚਾ ਜੀ, ਫਿਰ ਇਸੇ ਤਰ੍ਹਾਂ ਜਤਿੰਦਰ ਸਿੰਘ ਜੀ ਔਰ ਅਵਤਾਰ ਸਿੰਘ ਜੀ, ਦਵਿੰਦਰ ਸੰਧੂ ਜੀ, ਇਹ ਸਾਨੂੰ ਸਭ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਜਸਕੀਰਤ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਸਾਡੀ ਚੜ੍ਹਦੀ ਕਲਾ ਕਰਦੇ ਆ। ਔਰ ਅਮਰਜੀਤ ਸੈਣੀ ਜੀ ਵੀ, ਫਿਰ ਇਸੇ ਤਰ੍ਹਾਂ ਧਰਮ ਸਿੰਘ ਜੀ ਵੀ, ਔਰ ਜੀ ਗੁਰਵਿੰਦਰ ਜੀ, ਰਣਜੋਤ ਸਿੰਘ ਜੀ, ਔਰ ਇਸੇ ਤਰ੍ਹਾਂ ਲਖਵੀਰ ਸਿੰਘ ਜੀ ਫਤਿਹ ਐਂਡ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਰਾਜਵਿੰਦਰ ਸਿੰਘ ਜੀ ਇਹਨਾਂ ਮੈਸੇਜ ਹੈ, ਇਹ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਡਾਕਟਰ ਸਾਹਿਬ ਇਟਸ ਅ ਗੁੱਡ ਥਿੰਗ ਦਿਸ ਕਿਲਰ ਇਜ਼ ਸੈਲਫ incriminating himself, so when time comes don't to work hard to find him guilty। ਰਾਜਵਿੰਦਰ ਸਿੰਘ ਜੀ ਤੁਸੀਂ ਬਿਲਕੁਲ ਠੀਕ ਫਰਮਾਇਆ, ਕਿਉਂਕਿ ਆਪਣੀਆਂ ਇਲੈਕਸ਼ਨ ਸਪੀਚਸ ਦੇ ਵਿੱਚ ਵੀ ਮੋਦੀ ਨੇ ਲਗਾਤਾਰਤਾ ਨਾਲ ਘਰ में घुस के मारा, अब हम यहाँ नहीं वहाँ जाके मारते हैं। सो सबूत ਤਾਂ ਐਂਪਲ ਨੇ, ਪਰ ਉਹਨਾਂ ਨੂੰ ਜਵਾਬਦੇਹ ਕਿਵੇਂ ਬਣਾਉਣਾ ਇਹ ਇੰਪੋਰਟੈਂਟ ਹੈ। और इसी तरह फिर लिखते हैं कि डॉक्टर साहब इफ़ यू लुक एट हिज किलर्स फेस एंड बॉडी लैंग्वेज ही इज स्केयर्ड इवन व्हेन ही इज क्लेमिंग घर में मारेंगे। हाँ, वो तो फिर मर्डर ਜਿਹੜੇ ਨੇ ਅਲਟੀਮੇਟਲੀ ਜਾਂ ਜਿਹੜੇ ਨਾਰਸਿਸਿਸਟ ਹੁੰਦੇ ਨੇ ਉਹ ਬੇਸਿਕਲੀ ਤਾਂ ਕਾਵਰਡ ਹੁੰਦੇ ਨੇ, ਉਹ ਤਾਂ ਨਜ਼ਰ ਵੀ ਆਉਂਦਾ ਉਹਦੀ ਸ਼ਕਲ ਤੋਂ। ਗੁਰਭਿੰਦਰ ਸਿੰਘ ਜੀ ਕਹਿੰਦੇ ਬਾਬਾ ਅਮਰਜੀਤ ਸਿੰਘ ਤੁਸੀਂ ਬਹੁਤ ਸੇਵਾ ਕਰ ਰਹੇ ਹੋ ਜੀ। ਔਰ ਇਸੇ ਤਰ੍ਹਾਂ ਐਮ ਕੋਡ ਫਤਿਹ ਬੁਲਾਉਂਦੇ। ਨਰਿੰਦਰ ਜੀ ਵੀ ਸਾਨੂੰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਐਂਡ ਇਸੇ ਤਰ੍ਹਾਂ ਗੁਰਭਿੰਦਰ ਸਿੰਘ ਜੀ ਮੇਰਾ ਪੰਜਾਬ ਬਣੇਗਾ, ਖਾਲਸਾ ਜ਼ਿੰਦਾਬਾਦ। ਇਸੇ ਤਰ੍ਹਾਂ ਐਮ ਕੋਡ ਜੀ ਮੇਰੇ ਖਿਆਲ ਲਿਖਦੇ ਨੇ ਕਿ ਜੈਕਾਰੀਆਂ का ਧਰਮ पापी को जकार क्यों, हाँ जी, धर्मियों को नहीं पापी को दंड दियो है। हाँ जी, गुरबाणी का तुक है जयकार कियो क्या धर्मिया का पापी को दंड दियो है। सो इसी तरह राजदीप सिंह जी भी कहते ने गुरु फतेह प्रवान करनी जी आज़ादी हाल है, खालसा जिंदाबाद, देश पंजाब। और जून 84 जख्म रिश्ते कहते ने वाहिगुरू जी, खालसा जिंदाबाद। और इसी तरह जसबीर सिंह जी भी फतेह बुलाते ने। गोरा चम्मा जी फतेह बुलाते ने। इसी तरह गुरमुख मुंद्रा जी भी खालसा जिंदाबाद कहते हैं। एंड इसी तरह
ਕਾਲੀ ਸਿੰਘ ਜੀ ਕਹਿੰਦੇ ਨੇ ਕਿ ਅਸੈਂਬਲੀ ਆਫ ਲੋਕਲ ਐਂਡ ਰੀਜਨਲ ਗਵਰਨਮੈਂਟਸ ਗਲੋਬਲ ਕਮੈਂਟ ਆਫ ਮੇਅਰਸ C40 ਸਿਟੀਜ਼, ਇਹਨਾਂ ਦਾ ਪਤਾ ਨਹੀਂ ਕਹਿਣ ਦਾ ਕੀ ਮਤਲਬ ਹੈਗਾ ਜੀ। ਔਰ ਇਸੇ ਤਰ੍ਹਾਂ ਫਿਰ ਉਹਨਾਂ ਦਾ ਹੈਗਾ ਇਹ ਮੈਸੇਜ, ਪੰਜਾਬ ਕੈਨ ਸੂ ਇੰਡੀਆ ਐਂਡ ਅਦਰ ਫॉर ਐਕੋਡਾਈ, ਔਰ ਇਸੇ ਜੈਨੋਸਾਈਡ ਕਹਿਣ ਦਾ ਮਤਲਬ ਉਹਨਾਂ ਦਾ ਜੈਨੋਸਾਈਡ ਰੈਪਰੇਸ਼ਨਸ from the loss and damage fund on their lands in world court. They can also sue for international cultural degradation in world courts. और फिर इसी तरह बलविंदर सिंह जी फतेहपुरा ने, मिश्रा सिंह जी भी खालसा जिंदाबाद कहते ने, निहंग सिंह जी कहते ने कि डॉक्टर साहब जी करो यानी कि ਕਾਂ सब तू चलाक जानवर है, ਅਖੀਰ ਨੂੰ ਉਹ ਕੀ ਫਲੋ ਓਕੇ ਵਟਐਵਰ ਬੋਲਦਾ ਸਭ ਜਾਣਦੇ ਨੇ। ਹਾਂਜੀ ਹਾਂਜੀ ਬਿਲਕੁਲ ਤੁਸੀਂ ਠੀਕ ਫਰਮਾਇਆ ਜੀ। ਕੁਲਦੀਪ ਕੌਰ ਜੀ ਵੀ ਫਤਿਹ ਔਰ ਖਾਲਸਾ ਜ਼ਿੰਦਾਬਾਦ, ਸੁਖਵਿੰਦਰ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਉਹਨੂੰ ਫਤਿਹ ਬੁਲਾਉਂਦੇ ਨੇ। ਔਰ ਇਸੇ ਤਰ੍ਹਾਂ ਅਮਰਦੀਪ ਸੰਧੂ ਜੀ ਕਹਿੰਦੇ ਨੇ ਖਾਲਸਾ ਇਜ਼ ਏ ਅਰਦਾਸ ਆਫ ਸੰਤ ਜੀ and seeks for his justice and his rule from none other than Akal. How one can doubt the existence of Khalsa or justice from Guru himself. ਅਮਰਦੀਪ ਸੰਧੂ ਜੀ ਤੁਸੀਂ ਬਹੁਤ ਜਿਹੜੀ ਸਿਧਾਂਤਕ ਗੱਲ ਕੀਤੀ ਹੈ, ਪਰ ਸਾਡਾ ਤਾਂ ਇਹੀ ਮਤਾਲਬਾ ਹੈ ਕਿ ਜਿਹੜਾ ਅਲਟੀਮੇਟਲੀ ਹੁਣ ਖਾਲਿਸਤਾਨ ਸਾਡਾ ਨਿਸ਼ਾਨਾ ਹੈ, ਉਸ ਦੀ ਪ੍ਰਾਪਤੀ ਲਈ ਤਨ ਮਨ ਧਨ ਜੋ ਵੀ ਕੋਈ ਅਫੋਰਡ ਕਰ ਸਕਦਾ ਹੈ ਕਿਸੇ ਲੈਵਲ ਤੇ ਵੀ, ਜੋ ਆਪਣਾ ਯੋਗਦਾਨ ਪਾਏ, ਮੈਜ਼ ਇੱਕ ਵਿਸ਼ਫੁਲ ਥਿੰਕਿੰਗ ਨਾ ਰਹਿ ਜਾਏ ਜੀ। ਵਿਕੀ ਰਾਮਗੜੀਆ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਔਰ ਹਰਪ੍ਰੀਤ ਕਹਿੰਦੇ ਨੇ ਕਿ ਦਾ ਟਾਈਮਿੰਗ ਆਫ ਭੋਪਾਲ ਗੈਸ ਕਾਂਡ ਇਜ਼ ਵੈਰੀ ਸਸਪੀਸ਼ੀਅਸ ਬਿਕਾਜ਼ ਦਾ ਅਮਰੀਕਨ ਕੰਪਨੀ ਵਾਜ਼ ਇਨਵੋਲਵਡ that time PM Rajiv Gandhi escorted and company owner to airport. America was concerned about a Sikh genocide. ਹਰਪ੍ਰੀਤ ਸਿੰਘ ਜੀ ਤੁਸੀਂ ਬਿਲਕੁਲ ਠੀਕ ਕਿਹਾ, ਕਿਉਂਕਿ ਜੋ ਕੁਛ ਅਕਤੂਬਰ 31 ਤੋਂ ਨਵੰਬਰ 6 ਤੱਕ ਹੁੰਦਾ ਹੈ, ਇਮੀਡੀਏਟਲੀ ਦਸੰਬਰ ਦੇ ਵਿੱਚ ਜਿਹੜਾ ਭੋਪਾਲ ਗੈਸ ਕਾਂਡ ਔਰ ਯੂਨੀਅਨ ਕਾਰਬਾਈਡ ਜਿਹੜੀ ਕੰਪਨੀ ਸੀ ਉਹ ਜ਼ਿੰਮੇਵਾਰ ਸੀ। ਬਾਅਦ 'ਚ ਉਹਨੇ ਬੈਂਕਰਪਸੀ ਵੀ ਫਾਈਲ ਕੀਤੀ। ਇਕੱਲਾ ਇਹੀ ਨਹੀਂ ਵੀ ਉਹਨੂੰ ਐਸਕੋਰਟ ਆਊਟ ਕੀਤਾ, ਜਿਵੇਂ ਈਵਨ ਸਾਰਾ ਕੇਸ ਜਿਹੜਾ ਉਹ ਕਾਲੀ ਦੇ ਨਾਲ ਮੁਆਵਜ਼ਾ ਥੋੜ੍ਹਾ ਬਹੁਤ ਲੈ ਦੇ ਕੇ, ਔਰ ਉਹ ਵੀ ਲੋਕਾਂ ਤੱਕ ਨਹੀਂ ਪਹੁੰਚਿਆ। ਸੋ ਇਹਨਾਂ ਤੋਂ ਕੁਛ ਵੀ ਐਕਸਪੈਕਟ ਕੀਤਾ ਜਾ ਸਕਦਾ ਕਿ ਵੀ ਇਹਨਾਂ ਨੇ ਉਸ ਸਾਰੇ ਨੂੰ ਜਿਹੜਾ ਕਾਊਂਟਰ ਬੈਲੈਂਸ ਕਰਨ ਦੇ ਲਈ, ਜਿਹੜਾ ਜੇ ਜੂਨ 84 ਦਾ ਘੱਲੂਘਾਰਾ ਸਾਡੇ ਲਈ ਹਮਦਰਦੀ ਸੀ, ਤੇ ਕੈਨੇਡਾ 'ਚ ਇਹਨਾਂ ਨੇ ਕ੍ਰਿਸ਼ਕਾ ਕਾਂਡ 23 ਜੂਨ ਨੂੰ ਕਰਵਾ ਕੇ ਉਹ ਸਾਰਾ 30 ਸਾਲ ਸਾਨੂੰ ਉਸ ਖਾਤੇ 'ਚ ਪਾਇਆ। ਜੋ ਤੁਸੀਂ ਕਹਿ ਰਹੇ ਹੋ ਇਸ ਦੇ ਵਿੱਚ ਵੇਟ ਹੈ, ਵਜਨ ਹੈ ਜੀ। ਔਰ ਫਿਰ ਇਸੇ ਤਰ੍ਹਾਂ ਨੁੱਪਾ ਜੀ ਕਹਿੰਦੇ ਡਾਕਟਰ ਸਾਹਿਬ ਸੌਰੀ ਫॉर द ਲੇਟ, ਜੋ ਇਹਨਾਂ ਨੇ ਨਵੇਂ ਕਾਨੂੰਨ ਲਾਗੂ ਕੀਤੇ ਨੇ, ਜੋ ਭਾਰਤ ਦਾ ਫਲੈਗ ਪੜਿਆ ਵਿੱਚ ਪੈਰਾਂ ਵਿੱਚ ਰੋਲੇਗਾ ਜਾਂ ਜਲਾਏਗਾ, ਉਹਨਾਂ ਨੂੰ ਵਿਦੇਸ਼ ਵਿੱਚ ਜੇਲ੍ਹ ਹੋਵੇਗੀ। ਉਸ ਬਾਰੇ ਵੀ ਵੀਡੀਓ ਸੈਗਮੈਂਟ ਕਰੋ। ਨੂਪਾ ਜੀ ਮੈਂ ਇਨਫੈਕਟ ਇਸ ਦੇ ਉੱਤੇ ਕੋਈ ਫੋਕਸ ਨਹੀਂ ਕਰ ਸਕਿਆ। ਇਹ ਜ਼ਰੂਰ ਹੈ ਕਿ ਨਵੀਂ ਨਿਆਂ ਸੰਹਿਤਾ ਸੋ ਕਾਲਡ ਲਾਗੂ ਕਰਨ ਦਾ ਨਾਂ ਉਹਨਾਂ ਨੇ ਕੀਤਾ। ਹਾਲਾਂਕਿ ਮੈਂ ਉਹਨਾਂ ਦੇ ਚੀਫ ਜਸਟਿਸ ਚੰਦਰਚੂੜ ਦਾ ਕਮੈਂਟ ਦੇਖ ਰਿਹਾ ਸੀ, ਉਹਨੂੰ ਜਦੋਂ ਪੁੱਛਿਆ ਗਿਆ ਕਿ ਇਹ ਕੀ ਹੈ ਜਿਹੜੀਆਂ ਨਵੇਂ ਹੈ, ਉਹਨੇ ਕਿਹਾ ਜੀ ਕਿਉਂਕਿ ਇਹ ਸਬ ਜੂਡਿਸ ਹੈ ਮਾਮਲਾ, ਇਸ ਲਈ ਮੈਂ ਕੁਝ ਕਹਿਣਾ ਨਹੀਂ ਚਾਹੁੰਦਾ। ਪਰ ਕਿਸੇ ਹੋਰ ਥਾਂ ਤੇ ਮੈਂ ਦੇਖਿਆ ਕਿ ਵੀ ਇਹਨਾਂ ਨੇ ਕਿਹਾ ਕਿ ਉਹੀ ਧਾਰਾਵਾਂ ਦੇ ਨਵੇਂ, ਜੇ ਆਰਟੀਕਲ 302 ਮਰਡਰ ਦਾ ਹੈ ਜਾਂ ਦੂਜਾ ਨਵਾਂ ਨਾਂ ਰੱਖ ਦਿੱਤਾ ਹੈ, ਇਸ਼ੂ ਉਹੀ ਹੈ। ਪਰ ਇਹ ਮੈਂ ਨਹੀਂ ਦੇਖਿਆ ਹੈ ਕਿ ਵੀ ਇਹ ਝੰਡਾ ਸਾੜਨ ਜਾਂ ਪੈਰਾਂ 'ਚ ਰੋਲਣ ਦੀ ਸਜ਼ਾ ਕੀ ਹੈ, ਪਰ ਰੱਖਿਆ ਹੋਏਗਾ ਕੁਛ ਨਾ ਕੁਛ। ਅਦਰਵਾਈਜ਼ ਜਿਹੜਾ ਇਹਦੇ ਤੇ ਮੈਂ ਜ਼ਰੂਰ ਦੇਖਾਂਗਾ, ਔਰ ਮੈਂ ਜਦੋਂ ਮੇਰੇ ਤੋਂ ਇਹਦੇ ਤੇ ਪਕੜ ਹੋਈ ਮੈਂ ਜ਼ਰੂਰ ਗੱਲ ਕਰਾਂਗਾ ਇਸ। ਬਿਲਕੁਲ। ਪੁਨੀਤ ਸੰਧੂ ਜੀ ਵੀ ਕਹਿੰਦੇ ਡਾਕਟਰ ਸਾਹਿਬ ਜੀ ਸਤਿ ਸ਼੍ਰੀ ਅਕਾਲ, ਖਾਲਸਾ ਜ਼ਿੰਦਾਬਾਦ। ਸਤਿ ਸ਼੍ਰੀ ਅਕਾਲ ਪੁਨੀਤ ਜੀ, ਔਰ ਖਾਲਿਸਤਾਨ ਜ਼ਿੰਦਾਬਾਦ। ਰਣਜੀਤ ਕੌਰ ਜੀ ਕਹਿੰਦੇ ਡਾਕਟਰ ਅਮਰਜੀਤ ਸਿੰਘ ਖਾਲਸਾ ਹੀ
ਸੱਚੇ ਸਿੱਖ ਨੇ, ਇਮਾਨਦਾਰ ਨੇ। ਤੁਸੀਂ ਸੱਚ ਕਿਹਾ, ਇਵੇਂ ਸਾਰੇ ਕੌਮ ਦੇ ਗੱਦਾਰ ਨੇ ਜਿਨ੍ਹਾਂ ਕੌਮਾਂ ਨਾਲ ਧੱਕਾ ਕਰਵਾਇਆ RSS ਨਾਲ ਮਿਲ ਕੇ। ਭੈਣ ਜੀ ਰਣਜੀਤ ਕੌਰ ਜੀ, ਸ਼ੁਕਰੀਆ, ਤੁਸੀਂ ਕੰਪਲੀਮੈਂਟ ਕੀਤਾ, ਪਰ ਐਸਾ ਨਹੀਂ ਹੈ। ਅਸੀਂ ਵੀ ਤੁਹਾਡੇ ਵਾਂਗ ਸੱਚ ਦੇ ਢੁੰਡਾਊ ਹਾਂ, ਸੱਚ ਦੇ ਰਸਤੇ ਦੇ ਪਾਂਧੀ ਹਾਂ। ਕੋਸ਼ਿਸ਼ ਕਰਦੇ ਹਾਂ ਕਿ ਸੱਚ ਦੀ ਡਗਰ ਦੇ ਉੱਤੇ ਸੱਚਾਈ ਨਾਲ ਪਹਿਰਾ ਦਿੱਤਾ ਜਾਏ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਪੰਜਾਬ ਵੱਲ ਨਜ਼ਰ ਮਾਰਦੇ ਹਾਂ ਔਰ ਅਕਾਲੀ ਦਲ ਦੀ ਟੌਪ ਲੀਡਰਸ਼ਿਪ ਥੱਲੜੇ ਲੈਵਲ 'ਤੇ ਜ਼ਰੂਰ ਅੱਜ ਵੀ ਡੈਡੀਕੇਟਡ ਅਕਾਲੀ ਵਰਕਰ ਨੇ, ਪਰ ਬਹੁਤ ਸਾਰੇ ਬੇਬਸ ਨੇ। ਔਰ ਇਹ ਜਿਹੜੀ ਵੱਡੇ ਨੇ, ਇਹਨਾਂ ਨੇ ਸਾਰਿਆਂ ਨੇ ਹੀ ਆਪਣੇ ਨਿੱਜੀ ਹਿੱਤਾਂ ਦੇ ਲਈ ਕੌਮ ਨੂੰ ਵੇਚਿਆ ਔਰ ਖਵਾਰ ਕੀਤਾ। ਔਰ ਇਸੇ ਤਰ੍ਹਾਂ ਬਲਜੀਤ, ਇੱਕ ਮਿੰਟ ਜੀ, ਓਕੇ, ਇਸੇ ਤਰ੍ਹਾਂ ਬਲਜੀਤ ਕੌਰ ਜੀ ਕਹਿੰਦੇ ਡਾਕਟਰ ਅਮਰਜੀਤ ਸਿੰਘ ਜੀ ਐਂਡ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰਪ੍ਰੀਤ ਜੀ ਕਹਿੰਦੇ ਨੇ ਪਲੀਜ਼ ਆਲਸੋ ਰੀਡ ਮਾਈ ਫਸਟ ਕਮੈਂਟ। ਇਹਨਾਂ ਦਾ ਕਿਹੜਾ ਕਮੈਂਟ ਰਹਿ ਗਿਆ ਜੀ? ਅਸੀਂ ਤੇ ਸਾਰੇ ਰੀਡ ਕੀਤੇ ਨੇ। ਮੈਂ ਤੇ ਸਾਰੇ ਇਹਨਾਂ ਦੇ ਤੁਹਾਡਾ ਹੋਰ ਕੋਈ ਆਇਆ ਨਹੀਂ ਹੈ ਜੀ? ਆਇਆ ਨਹੀਂ ਸਾਡੇ ਕੋਲ, ਅਪੀਅਰ ਨਹੀਂ ਹੋ ਰਿਹਾ ਉਹਨਾਂ ਨੇ ਜਾਂ ਐਡਿਟ ਕੀਤਾ, ਪਤਾ ਨਹੀਂ ਯਾਰ ਉਹਨੂੰ। ਫਿਰ ਕੋਈ ਗੱਲ ਨਹੀਂ, ਕੱਲ ਵਾਲੇ ਸੈਗਮੈਂਟ 'ਚ ਲਿਖ ਦਿਓ ਜੀ, ਅਸੀਂ ਰੀਡ ਕਰ ਦਾਂਗੇ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਜ਼ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਲਾਹ ਦੋ ਦੇਖਦੇ ਰਹੋ। TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।